ਪ੍ਰਭੂ ਦੇ ਘਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਗੁੱਡ ਟੂ ਸੀ ਯੂ ਆਲ। ਖੁਦਾਵੰਦ ਦੇ ਘਰ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਔਰ ਉਸ ਖੁਦਾਵੰਦ ਨੇ ਜਿਸਨੇ ਸਾਨੂੰ ਆਪਣਾ ਖੂਨ ਦੇ ਕੇ ਆਪਣੇ ਬੇਟੇ ਬੇਟੀਆਂ ਬਣਾਇਆ, ਉਸ ਪ੍ਰਭੂ ਦੀ ਹਮੇਸ਼ਾ ਜੈ ਹੋਵੇ ਔਰ ਉਹ ਪ੍ਰਭੂ ਹਮੇਸ਼ਾ ਸਾਡੇ ਜੀਵਨਾਂ ਦੇ ਵਿੱਚ ਕੰਮ ਕਰਦਾ ਰਹੇ। ਸੋ ਅਸੀਂ ਵਚਨ ਦੇ ਹਿੱਸੇ ਵਿੱਚੋਂ ਦੇਖਦੇ ਹਾਂ ਕਿ ਪ੍ਰਭੂ ਜਿਹੜੇ ਪਤਰਸ ਦੇ ਨਾਲ ਗੱਲਬਾਤ ਕਰ ਰਹੇ ਆ। ਪਿਛਲੇ ਹਫ਼ਤੇ ਅਸੀਂ ਦੇਖਿਆ ਸੀਗਾ ਕਿ ਪਰਮੇਸ਼ਵਰ ਜਿਨ੍ਹਾਂ ਦੀ ਚੋਣ ਕਰਦਾ, ਜਿਨ੍ਹਾਂ ਨੂੰ ਚੁਣਦਾ, ਔਰ ਉਹ ਕੋਈ ਮਿਸਟੇਕ ਨਹੀਂ ਕਰਦਾ। ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਚੁਣਿਆ, ਅਲੱਗ ਕੀਤਾ, ਲੀਡਰਸ਼ਿਪ ਦਿੱਤੀ, ਪਰ ਨਾਲ ਹੀ ਨਾਲ ਪਰਮੇਸ਼ਵਰ ਉਹਨਾਂ ਨੂੰ ਸਿਖਾਉਂਦਾ। ਸਾਡਾ ਖੁਦ ਜਿਹੜਾ ਮਾਡਲ ਹੈਗਾ ਉਹ ਪ੍ਰਭੂ ਯਿਸੂ ਇੱਕ ਲੀਡਰ ਹੈਗੇ ਆ, ਜਿਨ੍ਹਾਂ ਨੇ ਇੱਕ ਸਾਨੂੰ ਲੀਡਰਸ਼ਿਪ ਸਿਖਾਈ ਕਿ ਕਿਸ ਤਰ੍ਹਾਂ ਦੀ ਲੀਡਰਸ਼ਿਪ ਹੋਣੀ ਚਾਹੀਦੀ ਆ। ਅਗਰ ਅਸੀਂ ਮਸੀਹਤ ਵਿੱਚ ਦੇਖੀਏ ਤਾਂ ਮਸੀਹਤ ਦੀ ਖਾਸੀਅਤ ਅਸੀਂ ਇਹ ਦੇਖ ਸਕਦੇ ਹਾਂ ਕਿ ਮਸੀਹਤ ਵਿੱਚ ਅਗਰ ਅਸੀਂ ਪਿਆਰ ਤੇ ਮਾਫੀ ਜਿਹੜੀ ਆ ਉਹ ਨਹੀਂ ਦੇਖਦੇ ਤਾਂ ਫਿਰ ਉਹ ਮਸੀਹਤ ਨਹੀਂ ਰਹਿ ਜਾਂਦੀ। ਖੁਦਾਵੰਦ ਖੁਦ ਧਰਤੀ ਤੇ ਆਏ ਔਰ ਉਹ ਸਭ ਕੁਝ ਜਾਣਦੇ ਹੋਏ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਉੱਪਰ ਮੂੰਹ ਦੇ ਉੱਪਰ ਥੁੱਕਿਆ, ਜਿਨ੍ਹਾਂ ਨੇ ਉਹਦੀ ਦਾੜੀ ਨੂੰ ਨੋਚਿਆ, ਪ੍ਰਭੂ ਨੇ ਕਿਹਾ ਪਿਤਾ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਇਹ ਕੀ ਕਰਦੇ ਆ। ਪਤਰਸ ਦੇ ਬਾਰੇ ਵੀ ਉਹ ਜਾਣਦੇ ਸੀ ਕਿ ਪਤਰਸ ਨੇ ਇਨਕਾਰ ਕਰਨਾ। ਬੇਸ਼ੱਕ ਪਤਰਸ ਨੇ ਇਹ ਦੱਸਿਆ ਕਿ ਇਹ ਬੇਸ਼ੱਕ ਇਹ ਤੁਹਾਡਾ ਇਨਕਾਰ ਕਰ ਦੇਣ ਪਰ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ, ਪਰ ਪ੍ਰਭੂ ਨੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਅਸੀਂ ਥੋੜਾ ਜਿਹਾ ਜਿਹੜਾ ਵਚਨ ਦਾ ਹਿੱਸਾ ਮੱਤੀ ਦੇ ਵਿੱਚੋਂ ਮੇਰੇ ਨਾਲ ਮੈਥਿਊ ਚੈਪਟਰ 26, ਮੱਤੀ ਦੀ ਇੰਜੀਲ ਉਸਦਾ 26ਵਾਂ ਭਾਗ, ਉਸਦੀ 31 ਤੋਂ ਲੈ ਕੇ 35 ਆਇਤ ਅਸੀਂ ਕਲਾਮ ਦੇ ਵਿੱਚੋਂ ਦੇਖਾਂਗੇ ਔਰ ਫਿਰ ਅਸੀਂ ਇਸੇ ਚੈਪਟਰ ਦਾ ਜਿਹੜਾ 26ਵਾਂ ਭਾਗ ਆ ਉਸਦੀ 69 ਤੋਂ ਲੈ ਕੇ 69 to 75 ਵਰਸ ਜਿਹੜੀ ਆ ਉਹ ਦੇਖਾਂਗੇ। ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, ਅੱਜ ਦੀ ਰਾਤ ਨੂੰ ਹੀ ਸਭ ਮੈਨੂੰ ਛੱਡ ਜਾਓਗੇ, ਕਿਉਂਕਿ ਧਰਮ ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ, ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਤਿੱਤਰ ਬਿੱਤਰ ਹੋ ਜਾਣਗੀਆਂ, ਪਰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਮੈਂ ਤੁਹਾਡੇ ਅੱਗੇ ਗਲੀਲ ਨੂੰ ਜਾਵਾਂਗਾ। ਪਤਰਸ ਨੇ ਉੱਤਰ ਦਿੱਤਾ, ਬੇਸ਼ੱਕ ਇਹ ਸਾਰੇ ਹੀ ਤੁਹਾਨੂੰ ਛੱਡ ਜਾਣ, ਪਰ ਮੈਂ ਕਦੀ ਵੀ ਤੁਹਾਨੂੰ ਨਹੀਂ ਛੱਡਾਂਗਾ। ਯਿਸੂ ਨੇ ਅੱਗੋਂ ਉਸ ਨੂੰ ਕਿਹਾ, ਇਹ ਜਾਣ ਰੱਖ, ਰਾਤ ਨੂੰ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਪਤਰਸ ਨੇ ਕਿਹਾ, ਨਹੀਂ, ਜੇਕਰ ਮੈਨੂੰ ਤੁਹਾਡੇ ਵਾਸਤੇ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ। ਇਸੇ ਤਰ੍ਹਾਂ ਬਾਕੀ ਦੇ ਸਭ ਚੇਲਿਆਂ ਨੇ ਵੀ ਕਿਹਾ। ਅਸੀਂ ਕਲਾਮ 'ਚ ਦੇਖਦੇ ਹਾਂ ਕਿ ਇਹ ਨਹੀਂ ਕਿ ਇਕੱਲਾ ਪਤਰਸ ਸੀਗਾ, ਪਰ ਅਸੀਂ ਦੇਖਦੇ ਹਾਂ ਕਿ ਬਾਕੀ ਦੇ ਸਭ ਚੇਲਿਆਂ ਨੇ ਵੀ ਇਹ ਗੱਲ ਕਹੀ ਕਿ ਪ੍ਰਭੂ ਹਾਂ, ਅਸੀਂ ਤੁਹਾਡਾ ਇਨਕਾਰ ਜਿਹੜਾ ਉਹ ਨਹੀਂ ਕਰਾਂਗੇ। ਔਰ ਉਸ ਤੋਂ ਬਾਅਦ ਫਿਰ ਅਸੀਂ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੂੰ ਗਸਤਮਨੀ ਦੇ ਬਾਗ ਦੇ ਵਿੱਚ ਉਹ ਫੜ ਕੇ ਲੈ ਜਾਂਦੇ ਆ, ਪੇਸ਼ਗੀ ਹੁੰਦੀ ਆ, ਫਿਰ ਅਸੀਂ ਦੇਖਦੇ ਹਾਂ ਕਿ ਪ੍ਰਭੂ ਨੂੰ ਫਿਊਚਰ ਪਤਾ, ਪ੍ਰਭੂ ਨੇ ਪਹਿਲਾਂ ਹੀ ਪਤਰਸ ਦੇ ਬਾਰੇ ਇਹ ਸ਼ਬਦ ਕਹੇ ਸੀ। ਔਰ ਫਿਰ ਅਸੀਂ 26 ਚੈਪਟਰ 26 ਵਰਸ 69 to 75 ਦੇ ਵਿੱਚ ਦੇਖਦੇ ਹਾਂ, ਪਤਰਸ ਅਜੇ ਬਾਹਰ ਵਿਹੜੇ ਵਿੱਚ ਹੀ ਬੈਠਾ ਹੋਇਆ ਸੀ ਕਿ ਮਹਾਪੁਰੋਹਿਤ ਦੀ ਇੱਕ ਦਾਸੀ ਉਥੋਂ ਉਸ ਕੋਲੇ ਆਈ ਅਤੇ ਬੋਲੀ, ਤੂੰ ਵੀ ਗਲੀਲ ਨਿਵਾਸੀ ਯਿਸੂ ਦੇ ਨਾਲ ਦਾ ਹੈ। ਪਰ ਪਤਰਸ ਨੇ ਇਸ ਦਾ ਸਭ ਦੇ ਸਾਹਮਣੇ ਇਨਕਾਰ ਕੀਤਾ ਅਤੇ ਕਿਹਾ, ਮੈਂ ਨਹੀਂ ਜਾਣਦਾ ਹਾਂ ਕਿ ਤੂੰ ਕਿਸ ਦੇ ਬਾਰੇ ਗੱਲ ਕਰ ਰਹੀ ਹੈ। ਇਹ ਕਹਿ ਕੇ ਉਹ ਉੱਥੋਂ ਵਿਹੜੇ ਦੇ ਬਾਹਰਲੇ ਫਾਟਕ ਵਿੱਚ ਚਲਾ ਗਿਆ। ਉੱਥੇ ਇੱਕ ਦੂਜੀ ਦਾਸੀ ਨੇ ਉਸਨੂੰ ਦੇਖਿਆ ਤੇ ਲਾਗੇ ਖੜੇ ਲੋਕਾਂ ਨੂੰ ਕਿਹਾ, ਇਹ ਵੀ ਨਾਸਰਤ ਨਿਵਾਸੀ ਯਿਸੂ ਦੇ ਨਾਲ ਦਾ ਹੈ। ਪਰ ਪਤਰਸ ਨੇ ਫਿਰ ਸਹੁੰ ਚੱਕਦਿਆਂ ਹੋਇਆ ਇਨਕਾਰ ਕਰਦੇ ਹੋਏ ਕਿਹਾ, ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ। ਕੁਝ ਚਿਰ ਦੇ ਪਿੱਛੋਂ ਉੱਥੇ ਖੜੇ ਆਦਮੀ ਪਤਰਸ ਕੋਲ ਆਏ ਅਤੇ ਬੋਲੇ, ਇਹ ਸੱਚ ਹੈ ਕਿ ਤੂੰ ਵੀ ਉਹਨਾਂ ਵਿੱਚੋਂ ਇੱਕ ਹੈ, ਕਿਉਂਕਿ ਤੇਰੇ ਬੋਲਣ ਦਾ ਢੰਗ ਇਹੀ ਪ੍ਰਗਟ ਕਰਦਾ ਹੈ। ਇਸ ਉੱਤੇ ਪਤਰਸ ਆਪਣੇ ਆਪ ਨੂੰ ਬੁਰਾ ਭਲਾ ਕਹਿਣ ਲੱਗਾ ਅਤੇ ਸਹੁੰ ਖਾ ਕੇ ਬੋਲਿਆ, ਜਿਸ ਆਦਮੀ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਸ ਨੂੰ ਮੈਂ ਬਿਲਕੁਲ ਨਹੀਂ ਜਾਣਦਾ। ਉਸ ਵੇਲੇ ਕੁੱਕੜ ਨੇ ਬਾਂਗ ਦਿੱਤੀ। ਉਸ ਸਮੇਂ ਪਤਰਸ ਨੂੰ ਯਿਸੂ ਦੇ ਕਈ ਸ਼ਬਦ ਯਾਦ ਆਏ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਉਸ ਤੇ ਉਹ ਬਾਹਰ ਗਿਆ ਅਤੇ ਢਾਹਾਂ ਮਾਰ ਕੇ ਰੋਣ ਲੱਗਾ। ਅਸੀਂ ਦੇਖਦੇ ਹਾਂ ਕਿ ਪਿਛਲੇ ਹਫ਼ਤੇ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ
ਪਤਰਸ ਬਹੁਤ ਕੁਇਕ ਸੀਗਾ ਐਕਸ਼ਨ ਦੇ ਵਿੱਚ, ਪਰ ਅਸੀਂ ਦੇਖਦੇ ਹਾਂ ਕਿ ਪਤਰਸ ਪ੍ਰਭੂ ਨੂੰ ਪਿਆਰ ਵੀ ਬਹੁਤ ਕਰਦਾ ਸੀ। ਔਰ ਉਸਨੂੰ ਉਹ ਸ਼ਬਦ ਯਾਦ ਆਏ ਕਿ ਪ੍ਰਭੂ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਇਨਕਾਰ ਕਰਾਂਗਾ। ਉਸਨੇ ਬਹੁਤ ਕੋਸ਼ਿਸ਼ ਕੀਤੀ ਸੀਗੀ ਕਿ ਮੈਂ ਪ੍ਰਭੂ ਦਾ ਇਨਕਾਰ ਨਾ ਕਰਾਂ, ਪਰ ਜਦੋਂ ਉਸਨੇ ਇਨਕਾਰ ਕੀਤਾ ਤੇ ਉਸਨੂੰ ਸ਼ਬਦ ਯਾਦ ਆਏ ਤਾਂ ਫਿਰ ਉਹ ਧਾਹਾਂ ਮਾਰ ਕੇ ਰੋਇਆ ਕਿ ਮੈਂ ਇਹ ਸਭ ਕਿਉਂ ਕੀਤਾ। ਔਰ ਚਰਚ, ਮੈਂ ਤੁਹਾਨੂੰ ਦੱਸਣਾ ਮੰਗਦਾ, ਉਹ ਪਿਆਰ ਜੋ ਪਰਮੇਸ਼ਵਰ ਨੇ ਸਾਨੂੰ ਕੀਤਾ, ਉਹ ਉਸਦੇ ਆਤਮਾ ਦੀ ਤਾਕਤ ਤੋਂ ਬਗੈਰ ਕੋਈ ਆਦਮੀ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ। ਸਾਡਾ ਪਿਆਰ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਪਿਆਰ ਆ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਪਿਆਰ ਕੀਤਾ, ਸਾਨੂੰ ਉਹਨਾਂ ਨੂੰ ਪਿਆਰ ਕਰਨਾ ਈਜ਼ੀ ਲੱਗਦਾ, ਪਰ ਅਸੀਂ ਬਦਲੇ ਵਿੱਚ ਮੰਗਦੇ ਹਾਂ, ਚਾਹੇ ਉਹ ਅਸੀਂ ਆਪਣੇ ਮਾਂ-ਬਾਪ ਹੋ ਕੇ ਅਸੀਂ ਆਪਣੇ ਬੱਚਿਆਂ ਦੇ ਲਈ ਕੁਝ ਕਰਦੇ ਹਾਂ। ਸਾਡੇ ਮਨ ਵਿੱਚ ਇਹ ਸੋਚ ਹੁੰਦੀ ਕਿ ਅਸੀਂ ਇਹਨਾਂ ਦੇ ਲਈ ਇੰਨੀ ਮਿਹਨਤ ਕੀਤੀ, ਬਦਲੇ ਵਿੱਚ ਇਹਨਾਂ ਨੇ ਸਾਡੇ ਲਈ ਕੀ ਕੀਤਾ। ਜਦੋਂ ਉਹ ਸਾਡੀ ਕੇਅਰ ਨਹੀਂ ਕਰਦੇ, ਜਦੋਂ ਉਹ ਸਾਡੇ ਨਾਲ ਕੋਈ ਇਦਾਂ ਦਾ ਸ਼ਬਦ ਬੋਲਦੇ ਆ, ਤਾਂ ਸਾਡੇ ਦਿਲ ਵਿੱਚ ਇਹ ਇੱਕ ਹੁੰਦੀ ਆ ਚਾਹ ਹੁੰਦੀ ਆ ਕਿ ਵੀ ਮੈਂ ਤਾਂ ਇਹਨਾਂ ਦੇ ਲਈ, ਮਾਂ ਆਪਣੇ ਬੱਚੇ ਨੂੰ ਸੁੱਕੀ ਜਗ੍ਹਾ ਤੇ ਪਾ ਕੇ ਆਪ ਗਿੱਲੀ ਜਗ੍ਹਾ ਤੇ ਪਈ, ਔਰ ਉਸ ਤੋਂ ਬਾਅਦ ਉਸਦੇ ਮਨ ਵਿੱਚ ਇਹ ਜ਼ਰੂਰ ਚਾਹ ਹੁੰਦੀ ਆ ਕਿ ਮੇਰੇ ਬੱਚੇ ਵੀ ਮੇਰੀ ਰਿਸਪੈਕਟ ਕਰਨ, ਇੱਜ਼ਤ ਕਰਨ। ਔਰ ਇਹ ਜਿਹੜਾ ਪਿਆਰ ਹੈਗਾ ਨਾ, ਜੋ ਪਰਮੇਸ਼ਵਰ ਨੇ ਸਾਨੂੰ ਪਿਆਰ ਕੀਤਾ, ਉਹ ਪਿਆਰ ਜਿਹੜਾ ਅਸੀਂ ਪੰਜਾਬੀ ਦੀ ਬਾਈਬਲ 'ਚ ਪੜ੍ਹਦੇ ਹਾਂ, ਇੰਗਲਿਸ਼ ਦੀ ਬਾਈਬਲ 'ਚ ਪੜ੍ਹਦੇ ਹਾਂ, 3 ਵਾਰ ਪ੍ਰਭੂ ਯਿਸੂ ਮਸੀਹ ਨੇ ਜਦੋਂ ਕੁਐਸਚਨ ਕੀਤਾ ਕਿ ਪੀਟਰ, ਡੂ ਯੂ ਲਵ ਮੀ? ਪਤਰਸ, ਕੀ ਤੂੰ ਮੈਨੂੰ ਪਿਆਰ ਕਰਦਾ ਹੈ? ਪਰ ਜਿਸ ਵੇਲੇ ਅਸੀਂ ਗ੍ਰੀਕ ਦੇ ਵਿੱਚ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਉਹਨਾਂ ਦੀ ਗੱਲਬਾਤ ਸੀ, ਉਸਦੇ ਵਿੱਚ ਇੱਕ ਵੱਖਰੇ ਸ਼ਬਦਾਂ ਦਾ ਯੂਜ਼ ਕੀਤਾ ਗਿਆ ਸੀਗਾ। ਮੈਂ ਤੁਹਾਡੇ ਨਾਲ ਥੋੜਾ ਜਿਹਾ ਸ਼ੇਅਰ ਸਕਰੀਨ ਦੇ ਉੱਪਰ ਹਿੱਸਾ ਸ਼ੇਅਰ ਕਰਦਾ, ਜਿਸ ਤੋਂ ਤੁਹਾਨੂੰ ਆਈਡੀਆ ਮਿਲੂਗਾ। ਬਾਬੀ, ਕੁਡ ਯੂ ਪਲੀਜ਼ ਮੈਨੂੰ ਕਰ ਦੋਗੇ ਹੋਸਟ ਕਿ ਮੈਂ ਸਕਰੀਨ ਸ਼ੇਅਰ ਕਰ ਸਕਾਂ? ਥੈਂਕ ਯੂ। ਜਿਸ ਵੇਲੇ ਅਸੀਂ ਪੰਜਾਬੀ ਦੇ ਵਿੱਚ 15ਵੀਂ ਆਇਤ ਦੇਖਦੇ ਹਾਂ, ਤੇ ਅਸੀਂ 15ਵੀਂ ਆਇਤ ਵਿੱਚ ਦੇਖਦੇ ਹਾਂ ਜਿੱਥੇ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਕਿਹਾ, ਸਮਿਊਨ ਯਹੂਨਾ ਦੇ ਪੁੱਤਰ, ਕੀ ਤੂੰ ਮੈਨੂੰ ਇਹਨਾਂ ਨਾਲੋਂ ਅਧਿਕ ਪਿਆਰ ਕਰਦਾ ਹੈ? ਪ੍ਰਭੂ ਯਿਸੂ ਮਸੀਹ ਨੇ ਖਾਸ ਤੌਰ ਤੇ ਕਿਹਾ ਕਿ ਤੂੰ ਮੈਨੂੰ ਇਹਨਾਂ ਨਾਲੋਂ ਅਧਿਕ ਪਿਆਰ ਕਰਦਾ। ਸੋ ਕਿੰਨਾ ਨਾਲੋਂ? ਮੇਬੀ ਪ੍ਰਭੂ ਯਿਸੂ ਮਸੀਹ ਉਸ ਨੂੰ ਕਹਿ ਰਹੇ ਕਿ ਜਦੋਂ ਉਸਨੇ ਕਿਹਾ ਸੀ ਕਿ ਬੇਸ਼ੱਕ ਇਹ ਤੁਹਾਨੂੰ ਛੱਡ ਜਾਣ, ਪਰ ਮੈਂ ਤੁਹਾਨੂੰ ਨਹੀਂ ਛੱਡਾਂਗਾ, ਸ਼ਾਇਦ ਪ੍ਰਭੂ ਯਿਸੂ ਮਸੀਹ ਦਾ ਇਸ਼ਾਰਾ ਉਹਨਾਂ ਦੇ ਚੇਲਿਆਂ ਵੱਲ ਆ ਕਿ ਤੂੰ ਮੈਨੂੰ ਇਹਨਾਂ ਨਾਲੋਂ ਜ਼ਿਆਦਾ ਪਿਆਰ ਕਰਦਾ। ਔਰ ਸ਼ਾਇਦ ਜਿਹੜਾ ਸੀਗਾ, ਅਸੀਂ ਦੇਖਿਆ ਕਿ ਪਤਰਸ ਸਭ ਕੁਝ ਛੱਡ ਕੇ ਫਿਰ ਆਪਣੇ ਪ੍ਰੋਫੈਸ਼ਨ ਦੇ ਵਿੱਚ ਚਲਿਆ ਗਿਆ। ਇੱਕ ਸਮਾਂ ਸੀ ਉਹ ਸਭ ਕੁਝ ਛੱਡ ਕੇ ਪ੍ਰਭੂ ਦੇ ਪਿੱਛੇ ਹੋ ਲਿਆ ਸੀ, ਤੇ ਹੁਣ ਪ੍ਰਭੂ ਸ਼ਾਇਦ ਉਸਨੂੰ ਪੁੱਛਦੇ ਪਏ ਆ ਕਿ ਤੂੰ ਮੈਨੂੰ ਆਪਣੇ ਮਿੱਤਰਾਂ ਨਾਲੋਂ ਜਾਂ ਆਪਣੇ ਕੰਮਾਂ ਨਾਲੋਂ ਜ਼ਿਆਦਾ ਪਿਆਰ ਕਰਦਾ? ਔਰ ਪਤਰਸ ਨੂੰ ਜਿਸ ਵੇਲੇ ਪ੍ਰਭੂ ਨੇ ਪੁੱਛਿਆ, ਤੇ ਉੱਥੇ ਜਿਹੜਾ ਟਰਮ ਯੂਜ਼ ਕੀਤੀ ਗਈ ਆ, ਤੁਸੀਂ ਦੇਖ ਸਕਦੇ ਆ, ਗ੍ਰੀਕ ਦਾ ਜਿਹੜਾ 25 ਯੂਨਾਨੀ ਸ਼ਬਦ ਜਿਹੜਾ ਹੈਗਾ ਅਗਾਪੇ ਲਿਖਿਆ ਹੋਇਆ, ਜਿੱਥੇ ਲਿਖਿਆ ਕਿ ਲਵ, ਔਰ ਜਿੱਥੇ ਪਤਰਸ ਜਿਹੜਾ ਹੈਗਾ ਉਹ ਜਵਾਬ ਦੇ ਰਿਹਾ, ਉਹ ਫਿਲੀਓ, ਜਿਹੜਾ ਇੱਕ ਮਿੱਤਰ ਵਾਲਾ ਪਿਆਰ ਆ। ਅਗਾਪੇ ਲਵ ਐਸਾ ਪਿਆਰ ਆ ਜਿਸ ਦੇ ਵਿੱਚ ਤੁਸੀਂ ਦੂਸਰੇ ਦਾ ਭਲਾ ਤੱਕਦੇ ਆ, ਬੇਸ਼ੱਕ ਉਹ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਜਿਸ ਤਰ੍ਹਾਂ ਪਰਮੇਸ਼ਵਰ ਨੇ ਸਾਨੂੰ ਪਿਆਰ ਕੀਤਾ। ਈਵਨ ਦੋ ਅਸੀਂ ਡਿਜ਼ਰਵ ਨਹੀਂ ਕਰਦੇ ਸੀ, ਈਵਨ ਦੋ ਅਸੀਂ ਬੁਰੇ ਸੀ, ਈਵਨ ਦੋ ਪ੍ਰਭੂ ਨੇ ਉਹਨਾਂ ਨੂੰ, ਜਿਨ੍ਹਾਂ ਨੇ ਨੀਲਾਂ ਠੋਕੀਆਂ, ਜਿਨ੍ਹਾਂ ਨੇ ਉਹਨਾਂ ਦੇ ਮੂੰਹ ਦੇ ਉੱਪਰ ਥੁੱਕਿਆ, ਪਰ ਉਹਨਾਂ ਨੇ ਇਹ ਨਹੀਂ ਕਿ ਉਹਨਾਂ ਨੂੰ ਇਹੀ ਸੀਗਾ ਕਿ ਮੈਂ ਇਹਨਾਂ ਦਾ ਭਲਾ ਹੀ ਕਰਨਾ। ਸੋ ਅਗਾਪੇ ਲਵ ਹੁੰਦਾ ਕਿ ਆਪਣਾ ਆਪ ਕਿਸੇ ਦੇ ਲਈ ਕੁਰਬਾਨ ਕਰ ਦੇਣਾ। ਔਰ ਪਤਰਸ ਨੇ ਜਿਹੜਾ ਜਵਾਬ ਦਿੱਤਾ ਇੱਥੇ, ਪਤਰਸ ਕਹਿੰਦਾ ਕਿ ਮੈਂ ਤੁਹਾਨੂੰ ਜਿਹੜਾ ਹੈਗਾ ਫਿਲੀਓ, ਜਿੱਦਾਂ ਲਿਖਿਆ, ਆਈ ਹੈਵ ਅਫੈਕਸ਼ਨ ਫਾਰ ਯੂ। ਔਰ ਫਿਰ ਉਸ ਤੋਂ ਅਸੀਂ ਅਗਲੀ ਵਰਸ ਵਿੱਚ ਵੀ ਦੇਖਦੇ ਹਾਂ
प्रभु यीशु मसीह ने फिर उन्हां तो यही सवाल पूछया, ਉਹੀ शब्द यूज किया कि डू यू लव मी, है ना, अगापे प्यार की गल की। और पतरस ने फिर जिहड़ा हैगा उन्हां नूं कहा कि प्रभु जी मैं तुहानूं प्यार करदा, तुसीं जानदे हो कि मैं तुहानूं प्यार करदा। इस बार प्रभु ने उसनूं ये नहीं कहा कि दूसरिਆਂ नालों, पर यही कहा कि की तू मैनूं प्यार करदा, पर्सनल तौर पर। और फिर असीं ਜਦੋਂ 17ਵੀਂ ਵਰਸ ਦੇਖਦੇ ਹਾਂ ਤੇ ਅਸੀਂ ਉਹਦੇ ਵਿੱਚ ਦੇਖਦੇ ਹਾਂ ਕਿ ਫਿਰ ਪ੍ਰਭੂ ਯਿਸੂ ਮਸੀਹ ਨੇ ਵੀ ਉਸ ਨੂੰ ਉਹੀ ਟਰਮ ਯੂਜ਼ ਕੀਤੀ ਜਿਹੜੀ ਪਤਰਸ ਯੂਜ਼ ਕਰ ਰਿਹਾ ਸੀਗਾ। ਔਰ ਪੰਜਾਬੀ ਦੀ ਬਾਈਬਲ 'ਚ ਲਿਖਿਆ ਕਿ ਉਹਨਾਂ ਨੇ ਤੀਜੀ ਵਾਰ ਪੁੱਛਿਆ, ਸਮੀਓਨ यूहन्ना ਦੇ ਪੁੱਤਰ, ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ? ਇਹ ਸੁਣ ਕੇ ਪਤਰਸ ਬਹੁਤ ਦੁਖੀ ਹੋਇਆ ਕਿ ਯਿਸੂ ਨੇ ਤੀਜੀ ਵਾਰ ਪੁੱਛਿਆ ਹੈ ਕਿ ਤੂੰ ਮੇਰੇ ਨਾਲ ਪਿਆਰ ਕਰਦਾ। ਅਸਲ ਦੇ ਵਿੱਚ ਇਹ ਨਹੀਂ ਸੀ ਤੀਜੀ ਵਾਰ ਪੁੱਛਿਆ। ਹੁਣ ਪ੍ਰਭੂ ਯਿਸੂ ਮਸੀਹ ਉਸ ਨੂੰ ਇਹ ਪੁੱਛਦੇ ਪਏ ਆ, ਕੀ ਤੂੰ ਮੈਨੂੰ ਮਿੱਤਰ ਵਾਲਾ ਵੀ ਪਿਆਰ ਕਰਦਾ? ਕੀ ਤੂੰ ਉਹ ਜਿਹੜਾ ਲੈਵਲ ਬਲੋ ਵਾਲਾ ਹੈਗਾ, ਕੀ ਤੂੰ ਮੈਨੂੰ ਉਹ ਪਿਆਰ ਕਰਦਾ ਹੈਗਾ? ਸੋ ਲਿਵਿੰਗ ਬਾਈਬਲ ਦੀ ਟ੍ਰਾਂਸਲੇਸ਼ਨ ਦੇ ਵਿੱਚ ਅਗਰ ਅਸੀਂ ਦੇਖਦੇ ਹਾਂ ਤਾਂ ਅਸੀਂ ਉਸ ਦੇ ਵਿੱਚ ਜਿੱਦਾਂ ਇਸ ਨੂੰ ਪੈਰਾਫਰੇਜ਼ ਕੀਤਾ ਗਿਆ, ਐਕਚੁਅਲੀ ਇਹ ਬਿਲਕੁਲ ਰੀਅਲ ਟ੍ਰਾਂਸਲੇਸ਼ਨ ਨਹੀਂ ਜਿੱਦਾਂ ਆਪਾਂ ਬਾਈਬਲ ਦੀ ਕਹਿੰਦੇ ਹਾਂ, ਪਰ ਇਸ ਨੂੰ ਪੈਰਾਫਰੇਜ਼ ਕੀਤਾ ਗਿਆ ਕਿ ਅਸੀਂ ਇਸ ਨੂੰ ਬੈਟਰ ਤਰੀਕੇ ਨਾਲ ਸਮਝ ਸਕੀਏ। ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਆਫਟਰ ਬ੍ਰੇਕਫਾਸਟ ਜੀਸਸ ਸੈਡ ਟੂ ਸਾਈਮਨ ਪੀਟਰ, ਸਾਈਮਨ ਸਨ ਆਫ ਜੌਨ, ਡੂ ਯੂ ਲਵ ਮੀ more than these others? Yes, Peter replied, you know I am your friend. Then feed my lambs, Jesus told him. Now you can see the difference between ਜਿਹੜੀ original ਭਾਸ਼ਾ ਦੇ ਵਿੱਚ ਗੱਲ ਹੁੰਦੀ ਪਈ ਆ ਔਰ ਜਿਹੜੀ ਅਸੀਂ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ ਵਿੱਚ ਪੜ੍ਹਦੇ ਪਏ ਆ। ਔਰ ਫਿਰ second time verse 16 ਵਿੱਚ ਜੀਸਸ ਨੇ ਕਿਹਾ, Jesus repeated the question, Simon, son of John, do you really love me? Yes, Lord, Peter said, you know I am your friend. Then take care of my sheep, Jesus said. और फिर देखो ਜਿਹੜੀ 17ਵੀਂ ਵਰਸ ਹੈ ਉਸ ਦੇ ਵਿੱਚ ਫਿਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕਿਹਾ? Once more he asked him, Simon, son of John, are you even my friend? Peter was grieved at the way Jesus asked the question this third time. Lord, you know my heart. You know I am, he said. Jesus said, then feed my sheep. So, ਪ੍ਰਭੂ ਯਿਸੂ ਮਸੀਹ ਅਸਲ ਦੇ ਵਿੱਚ ਪਤਰਸ ਨੂੰ ਜੋ ਉਹਨਾਂ ਨੇ ਲੀਡਰ ਚੁਣਿਆ ਸੀ, ਉਹਨਾਂ ਨੇ ਮਿਸਟੇਕ ਨਹੀਂ ਕੀਤੀ ਸੀ। ਉਹਨਾਂ ਨੂੰ ਪਤਾ ਸੀ ਕਿ ਪਤਰਸ ਮੈਨੂੰ ਪਿਆਰ ਕਰਦਾ, ਉਹਨਾਂ ਨੂੰ ਪਤਾ ਸੀ ਕਿ ਪਤਰਸ ਮੇਰੇ ਲਈ ਜਾਨ ਵੀ ਦੇਊਗਾ। ਪਰ ਪ੍ਰਭੂ ਯਿਸੂ ਮਸੀਹ ਪਤਰਸ ਨੂੰ ਲੀਡਰਸ਼ਿਪ ਦੇਣ ਦੇ ਨਾਲ ਨਾਲ ਦੋ ਖਾਸ ਗੱਲਾਂ ਵੀ ਸਿਖਾਉਣੀਆਂ ਮੰਗਦੇ ਸੀ, ਪਰਮੇਸ਼ਵਰ ਦਾ ਪਿਆਰ ਤੇ ਫਰਗਿਵਨੈਸ। ਜਿਹੜੇ ਲੀਡਰ ਹੁੰਦੇ ਆ ਉਹ ਜਦੋਂ ਸਿੱਖਦੇ ਆ ਦੇ ਕੈਨ ਮੇਕ ਮਿਸਟੇਕਸ, ਪਰ ਅਸੀਂ ਸਾਡਾ ਜਿਹੜਾ ਸਾਡਾ ਮਾਡਲ ਹੈਗਾ ਸਾਡਾ ਪ੍ਰਭੂ, ਉਹ ਸਾਨੂੰ ਦੱਸਦਾ ਕਿ ਕਿਸ ਤਰ੍ਹਾਂ ਇੱਕ ਲੀਡਰ ਜਦੋਂ ਫਿਰ ਲੀਡਰ ਤਿਆਰ ਕਰਦਾ ਤੇ ਉਹ ਉਹਨਾਂ ਦੇ ਨਾਲ ਕਿਸ ਤਰ੍ਹਾਂ ਟਰੀਟ ਕਰਦਾ, ਕਿਸ ਤਰ੍ਹਾਂ ਉਹਨਾਂ ਨੂੰ ਪਤਾ ਵੀ ਸੀਗਾ ਪਰ ਫਿਰ ਵੀ ਉਹਨਾਂ ਨੇ ਪਤਰਸ ਨੂੰ ਨਾ ਸਿਰਫ ਮਾਫ ਕੀਤਾ ਸਗੋਂ ਰੀਸਟੋਰ ਵੀ ਕੀਤਾ, ਉਸਨੂੰ ਫਿਰ ਤੋਂ ਬਹਾਲ ਕੀਤਾ, ਉਸਨੂੰ ਦੱਸਿਆ ਕਿ ਨਹੀਂ, ਜਿਹੜੀ ਜ਼ਿੰਮੇਵਾਰੀ ਮੈਂ ਤੈਨੂੰ ਦਿੱਤੀ ਆ। ਪਤਰਸ ਦਾ ਦਿਲ ਪੁੱਜ ਗਿਆ ਸੀਗਾ ਕਿ ਸ਼ਾਇਦ ਮੈਂ ਜੋ ਪ੍ਰਭੂ ਨੇ ਮੈਨੂੰ ਕੰਮ ਦਿੱਤਾ ਉਸਨੂੰ ਕਰਨ ਦੇ ਕਾਬਿਲ ਨਹੀਂ। ਪਰ ਚਰਚ, ਮੈਂ ਪਿਛਲੇ ਹਫ਼ਤੇ ਵੀ ਤੁਹਾਨੂੰ ਰਿਮਾਈਂਡ ਕਰਾਇਆ ਸੀਗਾ ਕਿ ਸਾਨੂੰ ਸਭ ਨੂੰ ਪ੍ਰਭੂ ਨੇ ਚੁਣਿਆ। ਉਸਨੂੰ ਸਾਡੇ ਸਾਰਿਆਂ ਦੀ ਨੇਚਰ ਦਾ ਪਤਾ, ਉਸਨੂੰ ਸਾਡੇ ਟੈਲੈਂਟ ਪਤਾ, ਔਰ ਉਸਨੇ ਸਾਡੀ ਨੇਚਰ ਤੇ ਟੈਲੈਂਟ ਦੇ ਮੁਤਾਬਕ ਸਾਨੂੰ ਚੁਣਿਆ। ਔਰ ਉਸਨੇ ਸਾਨੂੰ ਚੁਣਿਆ ਕਿ ਅਸੀਂ ਹੁਣ ਉਹੀ ਕੰਮ ਜਿਹੜਾ ਪਤਰਸ ਚੇਲਿਆਂ ਨੇ ਕੀਤਾ ਅੱਗੇ ਉਹੀ ਕੰਮ ਕਰੀਏ। ਸਾਨੂੰ ਸਭ ਨੂੰ ਘਰਾਂ ਦੇ ਵਿੱਚ ਵੀ ਲੀਡਰਸ਼ਿਪ ਮਿਲੀ ਹੋਈ ਹੈ। ਜ਼ਰੂਰੀ ਨਹੀਂ ਕਿ ਇਕੱਲੇ ਪਾਸਟਰਸ ਜਿਹੜੇ ਹੈਗੇ ਆ ਉਹੀ ਲੀਡਰਸ ਹੈਗੇ ਆ, ਬਲਕਿ ਅਸੀਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਮਾਵਾਂ ਦੇ ਕੋਲੇ ਵੀ ਲੀਡਰਸ਼ਿਪ ਆ ਆਪਣੇ ਬੱਚਿਆਂ ਦੇ ਉੱਪਰ, ਬੱਚਿਆਂ ਦੇ ਕੋਲੇ ਵੀ ਲੀਡਰਸ਼ਿਪ ਆ ਗਾਂ ਜਿਹੜੇ ਉਹਨਾਂ ਦੇ ਹੇਠਾਂ ਕੰਮ ਕਰਦੇ ਆ। ਪਰ ਹਾਊ ਡੂ ਵੀ ਟਰੀਟ, ਅਸੀਂ ਦੂਜਿਆਂ ਦੇ ਨਾਲ ਕਿੱਦਾਂ ਦਾ ਬਿਹੇਵ ਕਰਦੇ ਆ, ਔਰ ਲੀਡਰਸ਼ਿਪ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਜਦੋਂ ਅਸੀਂ ਕਲਾਮ ਦੇ ਤਾਂ ਪਤਰਸ ਨੂੰ ਜਿਹੜਾ ਪ੍ਰਭੂ ਲੈਸਨ ਦੇ ਰਹੇ ਆ, ਜਿਹੜਾ ਉਸਨੂੰ ਸਿਖਾ ਰਹੇ ਆ, ਜਿਸ ਤਰੀਕੇ ਨਾਲ ਉਹ ਡਿਸਕਰੇਜ ਆ, ਔਰ ਪ੍ਰਭੂ ਨੇ ਜਿਸ ਕੰਮ ਦੇ ਲਈ ਸਾਨੂੰ ਚੁਣਿਆ, ਪ੍ਰਭੂ ਨੂੰ ਪਤਾ ਕਿ ਅਸੀਂ ਉਸ ਨੂੰ ਕਰਨ ਦੇ ਕਾਬਿਲ ਆ, ਪਰ ਨਾਲ ਹੀ ਨਾਲ ਕੀ ਆ,
ਪ੍ਰਭੂ ਜਿਸ ਤਰ੍ਹਾਂ ਪੀਟਰ ਨੂੰ ਡਿਸਿਪਲਿਨ ਕਰਦਾ, ਸਾਨੂੰ ਵੀ ਡਿਸਿਪਲਿਨ ਕਰਦਾ, ਸਾਨੂੰ ਵੀ ਉਹ ਸਿਖਾਉਂਦਾ ਕਿ ਅਸੀਂ ਇਸ ਕੰਮ ਨੂੰ ਕਿੱਦਾਂ ਕਰਨਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਪ੍ਰਭੂ ਨੇ 3 ਵਾਰ ਉਸਨੂੰ ਜਿਹੜੀ ਚੀਜ਼ ਕਹੀ, ਪਹਿਲੀ ਵਾਰ ਉਸਨੂੰ ਕਹੀ ਕਿ ਤੂੰ ਮੇਰੇ ਲੇਲਿਆਂ ਨੂੰ ਚਰਾ। ਲੇਲੇ ਜਿਹੜੇ ਨੰਨੇ ਮੁੰਨੇ ਛੋਟੇ ਬੱਚੇ ਹੁੰਦੇ ਆ, ਤੂੰ ਉਹਨਾਂ ਦੀ ਕੇਅਰ ਕਰ, ਉਹਨਾਂ ਨੂੰ ਫੀਡ ਕਰ। ਜਿਸ ਤਰ੍ਹਾਂ ਚਰਚ ਦੇ ਵਿੱਚ ਨਵੇਂ ਵਿਸ਼ਵਾਸੀ ਆਉਂਦੇ ਆ, ਜਿਹੜੇ ਨਵੇਂ ਹੈਗੇ ਆ, ਐਂਡ ਸਮ ਟਾਈਮ ਸਾਨੂੰ ਪਤਾ ਕਿ ਜਿਹੜੇ ਅਸੀਂ ਲੀਡਰ ਹੁੰਦੇ ਆ, ਅਸੀਂ ਸੋਚਦੇ ਕਿ ਇੱਕਦਮ ਹੀ ਬੰਦਾ ਪਰਫੈਕਟ ਹੋ ਜਾਂਦਾ, ਇੱਕਦਮ ਹੀ ਉਹ ਜਿਹੜਾ ਉਸ ਲੈਵਲ ਤੇ ਆ ਜਾਂਦਾ। ਪਰ ਪਤਰਸ ਨੂੰ ਪ੍ਰਭੂ ਸਿਖਾ ਰਹੇ ਆ ਕਿ ਕਿਸ ਤਰੀਕੇ ਨਾਲ ਜਦੋਂ ਉਹ ਵੀ ਇਨਕਾਰ ਕਰਨ, ਜਦੋਂ ਉਹ ਵੀ ਫੇਲ ਹੋਣ, ਤੂੰ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰਨੀ ਆ, ਕਿਸ ਤਰ੍ਹਾਂ ਤੂੰ ਉਹਨਾਂ ਨੂੰ ਸੰਭਾਲਣਾ। ਔਰ ਫਿਰ ਜਦੋਂ 16ਵੀਂ ਆਇਤ ਵਿੱਚ ਉਹ ਕਹਿੰਦੇ ਕਿ ਮੇਰੀਆਂ ਭੇਡਾਂ ਦੀ ਰਖਵਾਲੀ ਕਰ, ਰਾਈਟ, ਪ੍ਰੋਟੈਕਟ them। ਉਹਨਾਂ ਨੂੰ ਜਿਸ ਤਰ੍ਹਾਂ ਇੱਕ ਚਰਵਾਹਾ ਆਪਣੀਆਂ ਭੇਡਾਂ ਦੀ ਰਾਖੀ ਕਰਦਾ, ਆਪਣੇ ਝੁੰਡ ਦੀ ਰਾਖੀ ਕਰ। ਔਰ ਅੱਗੇ ਜਾ ਕੇ ਜਦੋਂ ਅਸੀਂ ਪਤਰਸ ਦੀਆਂ ਪੱਤਰੀਆਂ ਵਿੱਚ ਦੇਖਦੇ ਹਾਂ, 5ਵੇਂ ਚੈਪਟਰ ਦੇ ਵਿੱਚ, ਪਹਿਲੇ ਪਤਰਸ ਦੇ ਵਿੱਚ, ਪਤਰਸ ਸੇਮ ਚੀਜ਼ ਅੱਗੇ ਜਾ ਕੇ ਉਹ ਬਜ਼ੁਰਗਾਂ ਨੂੰ, ਚਰਚ ਦੇ ਲੀਡਰਸ ਨੂੰ ਕਹਿੰਦਾ ਕਿ ਤੁਸੀਂ ਜੋ ਲੀਡਰ ਜਿਹੜੇ ਬਣਾਏ ਗਏ ਹੋ, ਤੁਸੀਂ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਜਿੱਦਾਂ ਹੁਕਮ ਨਾ ਚਲਾਓ, ਬਲਕਿ ਉਹਨਾਂ ਦੇ ਲਈ ਮਾਡਲ ਬਣ ਜਾਓ। ਜਿਸ ਤਰ੍ਹਾਂ ਪਤਰਸ ਜਿਹੜਾ ਸੀਗਾ, ਅਸੀਂ ਦੇਖਦੇ ਕਿ ਉਸਦੇ ਜੀਵਨ ਦੇ ਵਿੱਚ ਉਹ ਤਬਦੀਲੀ ਆਈ, ਮਾਡਲ ਬਣਿਆ। ਔਰ ਉਸਨੇ ਕਿਹਾ ਕਿ ਤੁਸੀਂ ਵੀ ਇਸ ਤਰ੍ਹਾਂ ਮਾਡਲ ਬਣ ਜਾਓ, ਔਰ ਤੁਸੀਂ ਵੀ ਉਹਨਾਂ ਨੂੰ ਪ੍ਰੋਟੈਕਟ ਕਰੋ, ਤੁਸੀਂ ਵੀ ਉਹਨਾਂ ਨੂੰ ਪ੍ਰਭੂ ਦੇ ਵਚਨ ਦੇ ਵਿੱਚ ਵਧਾਓ। ਔਰ ਫਿਰ ਜਦੋਂ ਪ੍ਰਭੂ ਉਹਨੂੰ ਇਹ ਚੀਜ਼ ਦੇ ਰਹੇ ਆ ਸਾਰਿਆਂ ਦੇ ਸਾਹਮਣੇ, ਤਾਂ ਪ੍ਰਭੂ ਇਹ ਵੀ ਨਾਲ ਦੱਸ ਰਹੇ ਆ ਕਿ ਵੀ ਜਿਹੜੀ ਚੀਜ਼ ਮੈਂ ਪਤਰਸ ਨੂੰ ਦਿੱਤੀ ਸੀ, ਜਿਹੜੀ ਅਥਾਰਟੀ ਦਿੱਤੀ ਸੀ, ਮੈਂ ਅੱਜ ਸਾਰਿਆਂ ਦੇ ਸਾਹਮਣੇ ਵੀ ਦੱਸਦਾ ਪਿਆ ਕਿ ਇਹ ਮੇਰਾ ਕੰਮ ਜਿਹੜਾ ਅੱਗੇ ਲੈ ਕੇ ਜਾਊਗਾ ਔਰ ਉਸ ਕੰਮ ਨੂੰ ਅੱਗੇ ਕਰੂਗਾ। ਜੋ ਅਸੀਂ ਦੇਖਦੇ ਹਾਂ ਕਿ ਪਤਰਸ ਨੇ ਅੱਗੇ ਜਾ ਕੇ ਕੀਤਾ ਵੀ। ਔਰ ਪਤਰਸ ਦੇ ਵਿੱਚ ਅਸੀਂ ਇੱਕ ਚੀਜ਼ ਵੀ ਇਹ ਵੀ ਦੇਖਦੇ ਹਾਂ ਕਿ ਪਤਰਸ ਕੀ ਕਰਦਾ ਸੀਗਾ। ਜਿਸ ਵੇਲੇ ਪਤਰਸ ਨੇ ਕਿਹਾ ਕਿ ਪ੍ਰਭੂ ਜੀ, ਬੇਸ਼ੱਕ ਇਹ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਨਹੀਂ ਛੱਡਾਂਗਾ, ਹੈ ਨਾ। ਕਦੇ ਕਦੇ ਕੁਝ ਲੀਡਰਸ ਹੁੰਦੇ ਆ ਜਿਨ੍ਹਾਂ ਨੂੰ ਮਹਿਸੂਸ ਹੁੰਦਾ ਕਿ ਵੀ ਮੈਂ ਬਹੁਤ ਸਟਰੋਂਗ ਹੈਗਾ ਤੇ ਜਿਹੜੇ ਦੂਸਰੇ ਹੈਗੇ ਆ ਨਾ, ਤੇ ਉਹ ਐਵੇਂ ਹੈਗੇ ਆ, ਜਾਂ ਉਹ ਨਹੀਂ ਸਟੈਂਡ ਲੈਣਗੇ, ਮੈਂ ਤੁਹਾਡਾ ਸਾਥ ਦੇਵਾਂਗਾ। ਔਰ ਪ੍ਰਭੂ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਕਰੀਏ। ਪ੍ਰਭੂ ਨੇ ਪਤਰਸ ਨੂੰ, ਜਦੋਂ ਅਸੀਂ ਵਚਨ ਦੇ ਵਿੱਚ ਭੈਣ ਅੰਜਲੀ ਨੇ ਜੋ ਪੜ੍ਹਿਆ ਸੀ, ਦੇਖਿਆ ਕਿ ਜਦੋਂ ਪ੍ਰਭੂ ਨੇ 18 ਤੇ 19 ਆਇਤ ਵਿੱਚ ਪ੍ਰਭੂ ਨੂੰ ਦੱਸਿਆ ਕਿ ਉਸਦੀ ਜਿਹੜੀ ਮੌਤ ਹੈਗੀ ਆ ਉਹ ਕਿਸ ਤਰ੍ਹਾਂ ਹੋਊਗੀ, ਤਾਂ ਫਿਰ ਪ੍ਰਭੂ ਪਤਰਸ ਦੇਖਦੇ ਆ ਕਿ 20ਵੀਂ 21ਵੀਂ ਆਇਤ ਵਿੱਚ ਪ੍ਰਭੂ ਜਾ ਕੇ ਉਹਨੂੰ ਪੁੱਛਿਆ ਕਿ ਵੀ 21 ਆਇਤ ਵਿੱਚ ਉਹ ਪੁੱਛਦਾ ਕਿ ਜਿਹੜਾ ਇਹ ਦੂਸਰਾ ਚੇਲਾ ਹੈਗਾ, ਇਸ ਦਾ ਕੀ ਹੋਊਗਾ। ਔਰ ਪ੍ਰਭੂ ਨੇ ਉਸਨੂੰ ਪਹਿਲਾਂ ਵੀ ਪਤਰਸ ਨੂੰ 19 ਆਇਤ ਵਿੱਚ ਕਿਹਾ ਕਿ ਤੂੰ ਮੇਰੇ ਪਿੱਛੇ ਚੱਲ। ਔਰ ਫਿਰ 22 ਆਇਤ ਵਿੱਚ ਵੀ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਕਿ ਇਸ ਤੋਂ ਤੈਨੂੰ ਕੀ, ਜੇਕਰ ਮੈਂ ਚਾਹਾਂ ਤਾਂ ਇਹ ਮੇਰੇ ਆਉਣ ਤੱਕ ਰਹੇ, ਪਰ ਤੂੰ ਮੇਰੇ ਪਿੱਛੇ ਚੱਲ। ਔਰ ਚਰਚ ਕਦੇ ਕਦੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਹੁਣ ਅਸੀਂ ਲੀਡਰਸ਼ਿਪ ਦੇ ਵਿੱਚ ਬੈਟਰ ਹੋ ਗਏ ਹਾਂ, ਔਰ ਜਿਹੜੇ ਦੂਸਰੇ ਹੈਗੇ ਉਹ ਇਦਾਂ ਹੀ ਆ। ਪਰ ਪ੍ਰਭੂ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਕਰੀਏ। ਪ੍ਰਭੂ ਸਾਨੂੰ ਈਚ ਲੀਡਰਸ ਨੂੰ ਇਹੀ ਚਾਹੁੰਦਾ ਕਿ ਅਸੀਂ ਪ੍ਰਭੂ ਦੇ ਪਿੱਛੇ ਚੱਲੀਏ, ਅਸੀਂ ਆਪਣੇ ਪ੍ਰਭੂ ਦੇ ਵਰਗੇ ਬਣੀਏ, ਅਸੀਂ ਆਪਣੇ ਪ੍ਰਭੂ ਦੀ ਤਰ੍ਹਾਂ ਪਿਆਰ ਕਰਨ ਵਾਲੇ, ਆਪਣੇ ਪ੍ਰਭੂ ਦੀ ਤਰ੍ਹਾਂ ਮਾਫ ਕਰਨ ਵਾਲੇ ਜਿਹੜੇ ਹੈਗੇ ਬਣੀਏ। ਔਰ ਪਤਰਸ ਦੇ ਵਿੱਚ ਜਿਹੜੀ ਇੱਕ ਚੀਜ਼ ਪਤਰਸ ਨੇ ਇਹਨਾਂ ਤਿੰਨਾਂ ਚੀਜ਼ਾਂ ਵਿੱਚ, ਜਦੋਂ ਪ੍ਰਭੂ ਉਸ ਨੂੰ ਕਹਿ ਰਹੇ ਸੀ ਕਿ ਕੀ ਤੂੰ ਮੈਨੂੰ ਇੱਕ ਮਿੱਤਰ ਦੀ ਤਰ੍ਹਾਂ ਵੀ ਪਿਆਰ ਕਰਦਾ, ਤਾਂ ਜਿਸ ਵੇਲੇ ਪਤਰਸ ਆਪਣੇ ਆਪ ਨੂੰ ਦੇਖਦਾ ਤਾਂ ਉਸਦੇ ਵਿੱਚ ਹਿੰਮਤ ਨਹੀਂ ਸੀ ਕਿ ਉਹ ਪ੍ਰਭੂ ਨੂੰ ਦੁਬਾਰਾ ਇਹ ਚੀਜ਼ ਕਹਿ ਸਕੇ ਕਿ ਹਾਂ ਪ੍ਰਭੂ, ਮੈਂ ਤੈਨੂੰ ਉਹ ਹਾਇਰ ਲੈਵਲ ਵਾਲਾ ਪਿਆਰ ਕਰਦਾ, ਅਗਾਪੇ ਪਿਆਰ ਕਰਦਾ। ਔਰ ਸਮਟਾਈਮ ਸਾਨੂੰ ਵੀ ਆਪਣੇ ਵਿੱਚ ਦੇਖਣ ਦੀ ਲੋੜ ਆ। ਸਮਟਾਈਮ ਅਸੀਂ ਆਪਣੇ ਪ੍ਰਭੂ ਨੂੰ ਕਹਿ ਦਿੰਦੇ ਆ, ਹਾਂ ਪ੍ਰਭੂ ਜੀ, ਅਸੀਂ ਤੈਨੂੰ ਪਿਆਰ ਕਰਦੇ, ਅਸੀਂ ਤੇਰੇ ਲਈ ਸਭ ਕੁਝ ਕਰਨ ਨੂੰ ਤਿਆਰ ਆ। ਪਰ ਮੂੰਹ ਦੇ ਨਾਲ ਸ਼ਬਦ ਕਹਿ ਦੇਣੇ ਇੱਕ ਪਾਸੇ ਆ, ਪਰ ਜਿਸ ਵੇਲੇ ਪ੍ਰਭੂ ਸਾਨੂੰ ਕਹਿੰਦਾ ਕਿ ਸਭ ਕੁਝ ਛੱਡ ਕੇ ਮੇਰੇ ਪਿੱਛੇ ਚੱਲ। ਦੈਟ ਰਿਮਾਈਂਡ ਮੀ ਸਟੋਰੀ ਆਫ ਦਾ ਰਿਚ ਪਰਸਨ, ਜਿਹੜਾ ਇੱਕ ਧਨੀ ਆਦਮੀ ਪ੍ਰਭੂ ਦੇ ਕੋਲੇ ਆਇਆ ਤਾਂ ਕਹਿੰਦਾ ਮੈਂ ਸਵਰਗ ਦੇ ਰਾਜ ਦੇ ਵਿੱਚ ਦਾਖਲ ਹੋਣ ਲਈ ਕੀ ਕਰਾਂ। ਤੇ ਪ੍ਰਭੂ ਨੇ ਕਿਹਾ ਕਿ ਸਾਰੇ ਹੁਕਮਾਂ ਦੀ ਪਾਲਣਾ ਕਰੋ। ਕਹਿੰਦਾ ਮੈਂ ਕਰਦਾ ਪਿਆ। ਪ੍ਰਭੂ ਕਹਿੰਦਾ ਆਪਣਾ ਸਭ ਕੁਝ ਵੇਚ ਤੇ ਮੇਰੇ ਪਿੱਛੇ ਚੱਲ। ਤਾਂ ਉਹ ਆਦਮੀ ਅਸੀਂ ਵਚਨ 'ਚ ਦੇਖਦੇ ਹਾਂ ਕਿ ਉਦਾਸ ਹੋ ਕੇ ਜਿਹੜਾ ਸੀ ਚਲਾ ਗਿਆ। ਔਰ ਚਰਚ ਅਸੀਂ ਕੱਲ ਲੀਡਰਸ਼ਿਪ ਟ੍ਰੇਨਿੰਗ ਵਿੱਚ ਇੱਕ ਹੋਰ ਚੀਜ਼ ਸਿੱਖੀ ਸੀ
कि it's good to be pause, it's good to to stop for a minute and ask ourselves कि अगर आज प्रभु यीशु मसीह तानू और मैनू ये सवाल करन कि बलवंत तू मैनू कितना प्यार करदा, जॉनसन तू मैनू कितना प्यार करदा, रोशन तू मैनू कितना प्यार करदा, प्रताप तू मैनू कितना प्यार करदा, कि तू इन्हां सारियां चीज़ां नालों मैनू ज़्यादा प्यार करदा, कि तू अपने बाल बच्चों नालों मैनू ज़्यादा प्यार करदा। प्रभु ने क्लीयरली ये गल कही थी कि जो कोई अपने माँ बाप भैन भरावां नूं मेरे तो वध के प्यार करदा वो मेरे पिछे चलण दे काबिल नहीं, मेरा चेला बनण दे काबिल नहीं। कि अज जदों असीं एक मिनट दे लई पॉज करदे हां कि प्रभु साडे दिलां नाल गलबात करे, कि वो देखे और असीं महसूस करिए पतरस की तरह, हाँ प्रभु जो मैं कहा कि मैं उन्ना प्यार करदा तैनूं। सो एक मिनट दे लई मैं चाहांगा कि सिर्फ तुसीं ये सोचो कि प्रभु किसी होर नाल नहीं, इट्स नॉट ए मैसेज, प्रभु तुहाडे ईच इंडिविजुअल नूं तुहानूं कह रहे आ, मैनूं कह रहे आ कि हाँ बेटे कि तू मैनूं प्यार करदा। तू जानदा, सच्ची मुच्ची तू जानदा बेटा। आई होप खुदावंद ने तुहाडे सब दे नाल जरूर गलबात की होगी, क्योंकि जिस वेले असीं खुदा नूं पुकारदे हां खुदा साडी आवाज़ नूं सुणदा, और खास तौर पर जो असीं कहने कि खुदावंद साडे अंदर झाती मार ते देख, और प्रभु सानूं दिखावे कि किन्ना असीं अज उसनूं प्यार करदे पए हां, और प्रभु साडे तो किस तरह दा प्यार मंगदा। प्रभु ने अपना आप साडे लई दे दिता, उसने सानू सब कुछ जानदिया होया प्यार किया। प्रभु नहीं चाहता कि असी डिस्करेज होके पिछे हट जाइए जो उसने दिता। प्रभु चाहता कि असी प्रभु तो मंगीए पवित्र आत्मा का फल, प्यार, आनंद, शांति, धीरज, भलाई, वफादारी, स्वै काबू, नम्रता। सो जिस वेले असी गल करते तो सब तो पहला शब्द आउंदा प्यार, और असी बाइबल दे विच असी देखते हैं फस्ट क्रंथियां विच भी कहा कि अगर साडे विच प्यार नहीं तो असी छन करदे शैणे दी तरह है। प्यार किन्ना दे लई? कल भी असी फिलिपियां दा पैसेज लिया सी, चौथा चैप्टर, उसदे विच भी देखिया सी, हमेशा खुश रहो, मैं फिर कहंदा हां खुश रहो, सब मनुखां नाल नम्रता वाला बर्ताव करो। क्यों उत्थे कहा गया कि सब मनुखां नाल नम्रता वाला बर्ताव करो? क्यों कहा गया कि खुश रहो? संत पौल जेल दे विच सी, जेल दे विच उन्हां नूं तंग कीता जा रहा सी, जिहड़े लोग उन्हां नूं बैंत मार रहे सी, जिहड़े सजा दे रहे सी, उन्हां दे नाल नम्रता वाला बर्ताव करना। अज कौन सानूं तंग कर रहा, कौन साडे खिलाफ गल्लां कर रहा, कौन आ जिहड़ा साडी शांति खो के लैके जा रहा? प्रभु का वचन कहता कि खुश रहो, मैं फिर कहता हाँ खुश रहो। मीन कि जब तक साडी खुशी साडे विच है तो प्रभु की शांति साडे नाल है। जब तक असी दूसरे नाल नम्रता वाला बर्ताव करते हैं साडी शांति साडे नाल है। सो अज प्रभु ने सानू जो सौंपे आ, जो साडे अधीन आ, जो साडे नाल हैगे आ, अज असी उन्हां नूं किस तरह ट्रीट करते पे हैं, अज असी उन्हां नूं किस तरह प्यार करते पे हैं। साडा जिहड़ा लीडर सीगा उसने खुद सानू लीडरशिप का मॉडल दिता,
ਉਸਨੇ ਚੇਲਿਆਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਜੋ ਕੋਈ ਬਣਨਾ ਚਾਹਵੇ ਲੀਡਰ ਤੇ ਉਹ ਕੀ ਕਰੇ, ਸੇਵਾ ਕਰੇ। ਸਾਡੇ ਪ੍ਰਭੂ ਨੇ ਕਿਹਾ ਕਿ ਮੈਂ ਸੇਵਾ ਕਰਵਾਉਣ ਦੇ ਲਈ ਨਹੀਂ, ਮੈਂ ਸੇਵਾ ਕਰਨ ਦੇ ਲਈ ਆਇਆ। ਐਂਡ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਆਪਣਾ ਆਪ ਦੇ ਦਿੱਤਾ। ਜਿਸ ਤਰ੍ਹਾਂ ਵਚਨ 'ਚ ਲਿਖਿਆ ਕਿ ਇਸ ਤੋਂ ਵੱਡਾ ਪਿਆਰ ਨਹੀਂ ਕਿ ਕੋਈ ਆਪਣੇ ਮਿੱਤਰ ਦੇ ਲਈ ਆਪਣੀ ਜਾਨ ਦੇ ਦੇਵੇ। ਐਂਡ ਦੈਟਸ ਵੇਅਰ ਵੀ ਸੀ। ਐਂਡ ਸਾਡੇ ਪ੍ਰਭੂ ਨੇ ਉਹ ਜਾਨ ਵੀ ਦੇ ਦਿੱਤੀ। ਔਰ ਅੱਜ ਉਹ ਪ੍ਰਭੂ ਸਾਡਾ ਜਿਹੜਾ ਪਤਰਸ ਤੋਂ ਬਾਅਦ ਜਿਹੜੀ ਉਹ ਚਾਹੁੰਦਾ ਕਿ ਲੀਡਰਸ਼ਿਪ ਜਿਹੜੀ ਅੱਗੇ ਸਾਨੂੰ ਪ੍ਰਭੂ ਲੀਡਰਸ਼ਿਪ ਦੇ ਰਿਹਾ, ਕਿ ਹੁਣ ਉਸ ਦੇ ਵਿੱਚ ਅਸੀਂ ਵੀ ਆਪਣੇ ਪ੍ਰਭੂ ਦੀ ਤਰ੍ਹਾਂ ਬਣਦੇ ਜਾਈਏ। ਅਸੀਂ ਆਪਣੇ ਪ੍ਰਭੂ ਦੇ ਮਾਡਲ ਦੇ ਵਿੱਚ ਅਸੀਂ ਕਿਸੇ ਨੂੰ ਕੰਪੇਅਰ ਕਰਨਾ ਛੱਡ ਦਈਏ, ਅਸੀਂ ਕਿਸੇ ਨੂੰ ਜੱਜ ਕਰਨਾ ਛੱਡ ਦਈਏ। ਐਜ਼ ਏ ਲੀਡਰ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਨਾ ਕਿ ਐਵਰੀ ਟਾਈਮ ਜਦੋਂ ਮੇਰੇ ਵਿੱਚ ਇਹ ਮਾਣ ਆਇਆ ਕਿ ਮੈਂ ਸਭ ਕੁਝ ਛੱਡ ਕੇ ਪ੍ਰਭੂ ਦੇ ਪਿੱਛੇ ਚੱਲਿਆ, ਤਾਂ ਪ੍ਰਭੂ ਨੇ ਮੈਨੂੰ ਉਸੇ ਵੇਲੇ ਇਹ ਚੀਜ਼ ਦਿਖਾਈ ਕਿ ਤੂੰ ਦੂਸਰਿਆਂ ਨੂੰ ਤੁੱਛ ਨਾ ਜਾਣ, ਦੂਸਰੇ ਤੇਰੇ ਤੋਂ ਵੀ ਉੱਪਰ ਆ। ਕਿਉਂਕਿ ਜਦੋਂ ਵੀ ਕੋਈ ਲੀਡਰ ਕਿਸੇ ਨੂੰ ਕਿਸੇ ਕਾਰਨ ਕਰਕੇ ਵੀ ਇੱਕ ਸੋਚਦਾ ਕਿ ਮੈਂ ਬੈਟਰ ਹਾਂ ਔਰ ਦੂਸਰਾ ਥੱਲੇ ਆ, ਤਾਂ ਪ੍ਰਭੂ ਉਸ ਲੀਡਰ ਨੂੰ ਜ਼ਰੂਰ ਸਿਖਾਉਂਦਾ ਉਸ ਐਂਗਲ ਤੇ ਉਸ ਲੈਵਲ ਤੇ ਲਿਜਾ ਕੇ ਕਿ ਉਹ ਫਿਰ ਰੀਅਲਾਈਜ਼ ਕਰ ਸਕੇ ਕਿ ਮੈਂ ਆਪਣੀ ਤਾਕਤ ਦੇ ਨਾਲ ਇਹ ਜੀਵਨ ਨਹੀਂ ਜੀ ਰਿਹਾ, ਮੈਂ ਆਪਣੀ ਤਾਕਤ ਦੇ ਨਾਲ ਵਿਸ਼ਵਾਸ ਨਹੀਂ ਕੀਤਾ, ਮੈਂ ਫੁੱਲੀ ਪ੍ਰਭੂ ਤੇ ਡਿਪੈਂਡ ਹੋ ਕੇ ਉਸਦੇ ਹੁਕਮ ਅਨੁਸਾਰ ਚੱਲ ਕੇ ਇਹ ਕੀਤਾ। ਔਰ ਹਰ ਕੋਈ ਜੋ ਫੁੱਲੀ ਪ੍ਰਭੂ ਤੇ ਡਿਪੈਂਡ ਕਰੂਗਾ ਔਰ ਉਸਦੀ ਇੱਛਾ ਦੇ ਅਨੁਸਾਰ ਚੱਲੂਗਾ, ਉਹ ਇਸੇ ਤਰ੍ਹਾਂ ਸਫਲ ਵੀ ਹੋਊਗਾ, ਤਾਕਤ ਵੀ ਉਸਨੂੰ ਪਿਆਰ ਕਰਨ ਦੀ ਪ੍ਰਭੂ ਤੋਂ ਮਿਲੂਗੀ। ਔਰ ਜਿਸ ਵੇਲੇ ਮੈਂ ਪੈਸੇ ਤਿਆਰ ਵੀ ਕਰਦਾ ਪਿਆ ਸੀ ਤਾਂ ਪ੍ਰਭੂ ਨੇ ਇੱਕ ਇਮੇਜ ਦੇ ਵਿੱਚ ਮੈਨੂੰ ਦਿਖਾਇਆ ਕਿ ਜਿਸ ਪਿਆਰ ਦੀ ਡਿਮਾਂਡ ਪ੍ਰਭੂ ਸਾਡੇ ਤੋਂ ਕਰਦਾ ਕਿ ਅਸੀਂ ਉਹ ਪਿਆਰ ਕਰੀਏ, ਪ੍ਰਭੂ ਨੇ ਸਾਨੂੰ ਇਹੀ ਨਹੀਂ ਕਿਹਾ ਕਿ ਅਸੀਂ ਉਸਨੂੰ ਉਹ ਪਿਆਰ ਕਰੀਏ। ਪ੍ਰਭੂ ਨੇ ਰੋਮਨ 5:5 ਵਿੱਚ ਲਿਖਿਆ ਕਿ ਉਹ ਪਿਆਰ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਮਨਾਂ ਦੇ ਵਿੱਚ ਪਾ ਦਿੱਤਾ। ਐਂਡ ਪ੍ਰਭੂ ਨੇ ਇੱਕ ਪਿਕਚਰ ਦਿਖਾਈ ਕਿ ਉਹ ਪਿਆਰ ਜਿੱਦਾਂ ਨਾ ਇਦਾਂ ਫਲੋ ਹੋ ਕੇ ਇੱਧਰ ਵਿੱਚ ਆ ਰਿਹਾ, ਔਰ ਅਗਰ ਉਹ ਇੱਥੇ ਸਟਾਪ ਹੋ ਗਿਆ, ਅੱਗੇ ਨਹੀਂ ਜਾ ਰਿਹਾ, ਤਾਂ ਪਿੱਛੋਂ ਸਪਲਾਈ ਜਿਹੜੀ ਆ ਉਹ ਨਹੀਂ ਆ ਰਹੀ। ਐਂਡ ਪ੍ਰਭੂ ਚਾਹੁੰਦਾ ਕਿ ਜਦੋਂ ਪਿੱਛੋਂ ਪਿਆਰ ਦਾ ਫਲੋ ਆਵੇ ਔਰ ਇਸੇ ਤਰ੍ਹਾਂ ਉਹੀ ਪਿਆਰ ਜਿਹੜਾ ਇੱਧਰ ਨੂੰ ਫਲੋ ਹੋ ਕੇ ਦੂਸਰਿਆਂ ਤੱਕ ਜਾਵੇ। ਐਂਡ ਦੈਟਸ ਵੇਅਰ ਵੀ ਸੀ, ਜਿੱਥੇ ਅਸੀਂ ਪ੍ਰਭੂ ਦੇ ਵਚਨ 'ਚ ਦੇਖਦੇ ਹਾਂ ਕਿ ਤੁਸੀਂ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਪੂਰੇ ਦਿਲ ਦੇ ਨਾਲ, ਪੂਰੀ ਜਾਨ ਦੇ ਨਾਲ, ਪੂਰੀ ਬੁੱਧੀ ਦੇ ਨਾਲ, ਪੂਰੀ ਤਾਕਤ ਦੇ ਨਾਲ ਪਿਆਰ ਕਰੋ। ਪ੍ਰਭੂ ਨੂੰ ਪਿਆਰ ਕਰੋ ਔਰ ਫਿਰ ਆਪਣੇ ਗੁਆਂਢੀ ਨੂੰ ਵੀ ਆਪਣੇ ਜਿਹਾ ਪਿਆਰ ਕਰੋ। ਲਵ ਗॉड, ਲਵ ਯੂਰ ਨੇਬਰਸ। ਆਪਣੇ ਗੁਆਂਢੀ ਨੂੰ ਵੀ ਪਿਆਰ ਕਰੋ। ਐਂਡ ਇਹ ਪਿਆਰ ਤੁਸੀਂ ਤੇ ਮੈਂ ਆਪਣੀ ਤਾਕਤ ਨਾਲ ਕਰ ਨਹੀਂ ਸਕਦੇ। ਇਟ ਇਜ਼ ਗਿਵਨ ਬਾਈ ਗॉड। ਐਂਡ ਪ੍ਰਭੂ ਦਾ ਪਿਆਰ ਸਾਡੇ ਵਿੱਚੋਂ ਫਲੋ ਹੁੰਦਾ ਰਹੇ ਔਰ ਸਾਨੂੰ ਪ੍ਰਭੂ ਆਪਣੇ ਵਰਗੇ ਲੀਡਰ ਬਣਾਉਂਦਾ ਰਹੇ ਕਿ ਅਸੀਂ ਕਦੇ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਾ ਕਰੀਏ। ਅਸੀਂ ਦੂਸਰਿਆਂ ਨੂੰ, ਜਿਸ ਤਰ੍ਹਾਂ ਪ੍ਰਭੂ ਨੇ ਪਤਰਸ ਨੂੰ ਉਠਾ ਕੇ ਖੜਿਆ ਕੀਤਾ, ਉਸਦਾ ਗਿਲਟ ਜਿਹੜਾ ਸੀ ਦੂਰ ਕੀਤਾ ਕਿ ਨਹੀਂ, ਤੂੰ ਆਪਣੀ ਤਾਕਤ ਨਾਲ ਨਹੀਂ ਕਰ ਸਕਦਾ, ਮੈਂ ਤੈਨੂੰ ਤਾਕਤ ਦੇਵਾਂਗਾ। ਐਂਡ ਪ੍ਰਭੂ ਨੇ ਜਿਸ ਵੇਲੇ ਉਸਨੂੰ ਤਾਕਤ ਦਿੱਤੀ, ਔਰ ਫਿਰ ਉਹੀ ਪਤਰਸ ਸੀ ਜਿਸ ਨੇ ਕਿਹਾ ਕਿ ਜਦੋਂ ਮੈਨੂੰ ਸਲੀਬ ਦੇਵੋ ਤਾਂ ਮੈਂ ਵਰਦੀ ਨਹੀਂ ਕਿ ਮੈਂ ਆਪਣੇ ਪ੍ਰਭੂ ਦੀ ਤਰ੍ਹਾਂ ਸਲੀਬ ਲਵਾਂ। ਔਰ ਫਿਰ ਉਸਨੇ ਕਲੀਸਿਆ ਦੇ ਲਈ ਜਾਨ ਵੀ ਦਿੱਤੀ ਔਰ ਫਿਰ ਉਸਨੇ ਲੀਡਰਸ ਨੂੰ, ਕਲੀਸਿਆ ਨੂੰ ਪਿਆਰ ਵੀ ਕੀਤਾ ਔਰ ਉਹ ਸਭ ਕੁਝ ਸਿਖਾਇਆ ਜੋ ਉਸਨੇ ਪ੍ਰਭੂ ਤੋਂ ਸਿੱਖਿਆ ਸੀ। ਔਰ ਮੇ ਗॉड give us that love। ਅੱਜ ਉਹ ਸਾਡਾ ਪਿਆਰ ਫਲੋ ਹੋਵੇ। ਅਗਰ ਉਹ ਪਿਆਰ ਤੁਹਾਡਾ ਇੱਥੇ ਰੁਕਿਆ ਹੋਇਆ ਤਾਂ ਪਿੱਛੋਂ ਜਿਹੜੀ ਸਪਲਾਈ ਨਹੀਂ ਆ ਰਹੀ ਔਰ ਚਿੜਚਿੜਾਪਨ ਆ ਰਿਹਾ, ਪਰ ਅਗਰ ਤੁਸੀਂ ਉਹ ਜਿਹਨਾਂ ਨੇ ਤੁਹਾਨੂੰ ਤੰਗ ਕੀਤਾ ਉਹਨਾਂ ਨੂੰ ਮਾਫ ਕਰੋਗੇ, ਉਹਨਾਂ ਨੂੰ ਪਿਆਰ ਕਰੋਗੇ। ਰਿਮੈਂਬਰ, ਦੋ ਚੀਜ਼ਾਂ ਵਿੱਚ ਤੁਹਾਨੂੰ ਕਿਸੇ ਨੂੰ ਦੱਸਣਾ ਨਹੀਂ ਪੈਣਾ। ਜਦੋਂ ਦੋ ਚੀਜ਼ਾਂ ਤੁਹਾਡੇ ਵਿੱਚ ਹੋਣਗੀਆਂ, ਪਿਆਰ ਤੇ ਮਾਫੀ, ਤਾਂ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਹਾਂ। ਜੌਨ ਚੈਪਟਰ 13, 34, 35 ਚ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ, ਤੁਸੀਂ ਵੀ ਉਸੇ ਤਰ੍ਹਾਂ ਇੱਕ ਦੂਜੇ ਨੂੰ ਪਿਆਰ ਕਰੋ। ਇਸੇ ਤੋਂ ਲੋਕ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ। ਖੁਦਾਵੰਦ ਤੁਹਾਨੂੰ ਬਰਕਤ ਦੇਵੇ, ਖੁਦਾਵੰਦ ਤੁਹਾਨੂੰ ਤਾਕਤ ਦੇਵੇ। ਔਰ ਇਸ ਵੇਲੇ ਅੱਜ ਕਿਸੇ ਦੇ ਲਈ ਵੀ ਅਗਰ ਤੁਹਾਡੇ ਮਨ ਵਿੱਚ ਕੋਈ ਸਖਤ ਮਨ ਹੈਗਾ ਜਾਂ ਕਿਸੇ ਦੇ ਪ੍ਰਤੀ ਕੋਈ ਗਿਲਾ ਸ਼ਿਕਵਾ,
ਔਰ ਮੇਰੀ ਦੁਆ ਕਿ ਖੁਦਾਵੰਦ ਤੁਹਾਨੂੰ ਮਾਫ ਕਰਨ ਦੀ ਤਾਕਤ ਦੇਵੇ ਔਰ ਉਹ ਤੁਹਾਡਾ ਪਿਆਰ ਜਿਹੜਾ ਓਵਰਫਲੋ ਹੋਣਾ ਸ਼ੁਰੂ ਹੋ ਜਾਵੇ। ਗੋਡ ਬlesਸ ਯੂ। ਖੁਦਾਵੰਦ ਆਪ ਸਭ ਦੇ ਨਾਲ ਬਣਿਆ ਰਹੇ।